वाहिगुरु जी का खालसा वाहिगुरु जी की फतेह। परम सन्मानयोग सतगुरां दे चरनां विच जुड़न बैठे रब रूप गुरमुख सत्संगी जन, सतगुरु जी की बख्शिश महरामत का सदका गुरु दर ते जुड़न का समा नसीब होया। सतगुरु जी की बख्शिश नाल गुरु दर ते जुड़ के गुरु की बाणी द्वारा वाहिगुरु नाल जुड़न का सांझ पाउण का निमाणा जिहा उपराला कर रहे हैं। सतगुरु जी रहमत करदिआं समझाउंदे ने, गुरु अर्जुन देव महाराज जी का उचारण किया होया अज का एक पावन वचन है। सतगुरु आखदे ने कि माया बड़ी प्रबल है, इसदा बहुत बल है। इस माया ने सबनों अपने बल अधीन वस कर रखे है। सब दी मालक बन के बैठी हुई है माया ते सब माया दी गुलामी करते ने। माया दी खातर दौड़ भज है, माया दी खातर सब कुछ। इसलिए सतगुरु कहते ने, सतगुरु कहते घर की नायक घर वास न देवै। ये माया बंदे दी मालक बन के बह गई। मालक इस शरीर रूपी घर दा बंदा खुद है। आपां सब अपने शरीर दे मालक, पर इस दी मालक माया बन के बह गई है। घर की नायक घर वास ना देवै, ते हुण मालक नूं ही वो घर विच वसण नहीं दिंदी। मन साडा कि वो वसदा है अंदर? नहीं, मन भटकदा फिरदा है। माया मालकण बन गई ते मन नूं उहने घरों कढ दिता। मन हुण इधर उधर भजदा फिरदा है, दौड़दा फिरदा है। ऐसा ही है कि बंदे दा मन माया दी खातर भज रहा है। माया दी खातर, माया ये सब चीज़ां, माया ये सब रूप रंग, माया संसार दी दौलत शौहरत, माया संसार दे विच प्रसिद्धि नाम, माया सब कुछ जो कुछ भी दिसदा है सब माया दा रूप है। इसलिए माया मगर दुनिया भज रही है। माया मगर दौड़िया फिरदा है बंदा। सतगुरु कहते ये माया ये मालक बन के बैठी हुई है, ते जिहड़ा मालक है उस दी चलदी नहीं घर दे विच। मन दी चलदी है? बिल्कुल भी नहीं। मन माया दा प्रेरिया होया, माया दे ही ये अंग काम क्रोध लोभ मोह हंकार वो मन नूं चलाउंदे ने। मन नूं वो तोड़दे ने। मन माया दे अधीन होके चलदा है, उहदी अपनी कोई मर्जी नहीं रही। मन दी मर्जी माया दी मर्जी हो बन गई है। जो माया चाहती है मन वो करता है। इसलिए सतगुरु कहते जिन्ने भी मैं जतन करदा, जतन करो उरजाए परेव है। माया सारे जतन बंदे दे बेकार कर दिंदी, बंदे नूं उलझा छड्डदी है। बंदे नूं उलझा छड्डदी।
ਬੰਦੇ ਨੂੰ ਖੁਦ ਨੂੰ ਵੀ ਕਦੇ ਪਤਾ ਨਹੀਂ ਚੱਲਦਾ ਕਿ ਉਹ ਮਾਇਆ ਦੇ ਵਿੱਚ ਉਲਝਿਆ ਹੋਇਆ। ਜਿਹੜਾ ਬੰਦਾ ਇਹ ਸਮਝੀ ਬੈਠਾ ਹੈ ਨਾ ਕਿ ਮੈਂ ਤਾਂ ਮਾਇਆ ਦਾ ਤਿਆਗ ਕਰ ਦਿੱਤਾ, ਇਹ ਵੀ ਇੱਕ ਮਾਇਆ ਦਾ ਹੀ ਰੂਪ ਹੈ ਕਿ ਉਸਨੇ ਮਾਇਆ ਦਾ ਤਿਆਗ ਕਰ ਦਿੱਤਾ, ਪਰ ਹੁਣ ਮਾਇਆ ਨੂੰ ਤਿਆਗਣ ਦਾ ਹੰਕਾਰ ਉਹਦੇ ਮਨ ਵਿੱਚ ਹੈ। ਤੇ ਹੰਕਾਰ ਵੀ ਮਾਇਆ ਦਾ ਇੱਕ ਹਿੱਸਾ ਹੈ, ਉਹ ਵੀ ਉਹਦਾ ਇੱਕ ਅੰਗ ਹੈ। ਬੰਦਾ ਕਹਿੰਦਾ ਜੀ ਮੈਂ ਮਾਇਆ ਛੱਡ ਦਿੱਤੀ, ਮੈਂ ਪਰਿਵਾਰ ਛੱਡ ਦਿੱਤਾ, ਮੈਂ ਪਤਨੀ ਛੱਡ ਦਿੱਤੀ, ਮੈਂ ਦੁਨਿਆਵੀ ਚੀਜ਼ਾਂ ਛੱਡ ਦਿੱਤੀਆਂ, ਪਰ ਹੁਣ ਇਸ ਗੱਲ ਦਾ ਗਰੂਰ, ਹੁਣ ਇਸ ਗੱਲ ਦਾ ਹੰਕਾਰ। ਪਹਿਲਾਂ ਉਹ ਕਹਿੰਦਾ ਸੀ ਮੇਰੇ ਵਰਗਾ ਹੋਰ ਕੋਈ ਨਹੀਂ, ਮੇਰੇ ਵਰਗਾ ਅਮੀਰ, ਮੇਰੇ ਵਰਗਾ ਚੰਗਾ ਬੰਦਾ ਹੋਰ ਕੋਈ ਨਹੀਂ। ਪਹਿਲਾਂ ਉਹ ਇਸ ਤਰ੍ਹਾਂ ਕਹਿੰਦਾ ਸੀ। ਹੁਣ ਉਹ ਕਹਿੰਦਾ ਜੀ ਮੇਰੇ ਵਰਗਾ ਨਿਮਰਤਾ ਨਾਲ ਭਰਿਆ ਕੋਈ ਨਹੀਂ। ਮਾਇਆ ਨੇ ਹੁਣ ਵੀ ਘੇਰਿਆ ਹੋਇਆ। ਪਹਿਲਾਂ ਉਹ ਕਹਿੰਦਾ ਸੀ ਮੇਰੇ ਵਰਗਾ ਵੱਡਾ ਕੋਈ ਨਹੀਂ, ਹੁਣ ਕਹਿੰਦਾ ਮੇਰੇ ਵਰਗਾ ਛੋਟਾ ਕੋਈ ਨਹੀਂ। ਮਾਇਆ ਨੇ ਹਾਲੇ ਵੀ ਘੇਰ ਰੱਖਿਆ, ਉਲਝਾ ਰੱਖਿਆ, ਤੇ ਉਹ ਇਸੇ ਨੂੰ ਸਮਝੀ ਜਾਂਦਾ ਕਿ ਹੁਣ ਤਾਂ ਮੈਂ ਮਾਇਆ ਤੋਂ ਮੁਕਤ ਹੋ ਗਿਆ। ਬੰਦੇ ਨੂੰ ਕਦੇ ਸਮਝ ਹੀ ਨਹੀਂ ਆਉਂਦੀ, ਉਹ ਇਹਦੇ ਵਿੱਚ ਐਸਾ ਉਲਝਿਆ ਰਹਿੰਦਾ ਹੈ। ਉਹ ਆਪਣੇ ਆਪ ਨੂੰ ਨਿਮਰ ਸਮਝਦਾ ਰਹਿੰਦਾ ਹੈ, ਪਰ ਉਹਦੀ ਨਿਮਰਤਾ ਵਿੱਚ ਵੀ ਹੰਕਾਰ ਹੈ। ਕਿਉਂਕਿ ਜਦੋਂ ਇਹ ਗੱਲ ਆ ਗਈ ਕਿ ਮੇਰੇ ਵਰਗਾ ਕੋਈ ਨਹੀਂ, ਚਾਹੇ ਉਹ ਨਿਮਰਤਾ ਵਿੱਚ ਹੋਵੇ ਤੇ ਚਾਹੇ ਉਹ ਹੰਕਾਰ ਵਿੱਚ ਹੋਵੇ, ਹਉਮੈ ਦੋਨਾਂ ਦੇ ਵਿੱਚ ਹੀ ਮੌਜੂਦ ਹੈ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਮਾਇਆ ਨੇ ਉਲਝਾ ਰੱਖਿਆ, ਉਲਝਾਏ ਪ੍ਰੇਮ ਹੈ, ਉਹ ਉਲਝਾ ਰੱਖਦੀ ਹੈ ਬੰਦੇ ਨੂੰ, ਉਹ ਉਲਝਾ ਰੱਖਦੀ। ਲੋਕ ਇਸੇ ਭਰਮ ਵਿੱਚ ਪਏ ਰਹਿੰਦੇ ਨੇ ਕਿ ਅਸੀਂ ਤਾਂ ਚੰਗੇ ਹੀ ਹਾਂ ਦੂਸਰਿਆਂ ਨਾਲੋਂ, ਇਸੇ ਭਰਮ ਵਿੱਚ ਪਏ ਰਹਿੰਦੇ ਨੇ। ਜ਼ੁਬਾਨ ਤੋਂ ਬੰਦਾ ਕਹਿੰਦਾ ਜੀ ਮੈਂ ਤਾਂ ਸਭ ਤੋਂ ਮਾੜਾ ਵਾਂ ਜੀ, ਮੇਰੇ ਕੋਲ ਤਾਂ ਕੁਝ ਵੀ ਨਹੀਂ। ਜ਼ੁਬਾਨ ਤੋਂ ਇਹ ਕਹਿੰਦਾ, ਪਰ ਮਨ ਵਿੱਚ ਉਹ ਇਹ ਕਹਿੰਦਾ ਕਿ ਮੇਰੇ ਵਰਗਾ ਤਾਂ ਚੰਗਾ ਕੋਈ ਨਹੀਂ ਹੈ। ਹਰ ਬੰਦੇ ਦੀ ਐਸੀ ਹਾਲਤ ਹੈ ਕਿ ਉਹ ਦੂਸਰੇ ਨੂੰ ਮੂਰਖ ਹੀ ਸਮਝਦਾ ਹੈ। ਹਰ ਕੋਈ, ਉਹਨੂੰ ਲੱਗਦਾ ਕਿ ਦੂਸਰਾ ਬੰਦਾ ਤਾਂ ਮੂਰਖ ਹੀ ਹੈ। ਸਾਰੀ ਦੁਨੀਆ ਭਰ ਦੀ ਅਕਲ ਸਮਝ ਉਹ ਮੈਨੂੰ ਹੈ। ਹਰ ਬੰਦਾ ਐਸਾ ਹੀ ਸੋਚਦਾ ਹੈ ਆਪਣੇ ਬਾਰੇ। ਇਹ ਵੀ ਮਾਇਆ ਦੇ ਅਧੀਨ ਹੈ, ਮਾਇਆ ਵਿੱਚ ਫਸਿਆ ਹੋਇਆ। ਸਤਿਗੁਰੂ ਕਹਿੰਦੇ ਮਾਲਕ ਮਾਇਆ ਹੈ, ਬੰਦਾ ਮਾਲਕ ਨਹੀਂ ਹੈ। ਮਾਲਕ ਮਾਇਆ, ਉਹ ਜੋ ਚਾਹੁੰਦੀ ਹੈ ਉਹ ਕਰਾਉਂਦੀ ਹੈ ਬੰਦੇ ਕੋਲੋਂ, ਤੇ ਬੰਦਾ ਕਰਦਾ ਹੈ। ਤੇ ਮਾਇਆ ਦੀ ਖਾਸੀਅਤ ਇਹ ਹੈ ਕਿ ਉਹ ਬੰਦੇ ਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਮੈਂ ਨਹੀਂ ਕਰਦੀ, ਤੂੰ ਕਰ ਰਿਹਾ, ਤੂੰ ਹੀ ਹੈ ਮਾਲਕ, ਤੂੰ ਹੀ ਮਾਲਕ ਹੈ। ਜਿਵੇਂ ਕਹਿਣ ਨੂੰ ਬੰਦਾ ਮਾਲਕ ਹੈ ਘਰ ਵਿੱਚ, ਪਰ ਚਲਦੀ ਕਿਹਦੀ ਹੈ? ਚਲਦੀ ਇਸਤਰੀ ਦੀ। ਘਰ ਦੀ ਮਾਲਕ ਉਹ ਹੈ, ਪਰ ਕਹਿਣ ਨੂੰ ਬੰਦਾ, ਨਾ ਬੰਦੇ ਦਾ, ਪਰ ਮਾਲਕ ਇਸਤਰੀ, ਮਾਲਕ ਪਤਨੀ। ਇਸ ਲਈ ਹਰ ਕੰਮ ਉਹਦੀ ਮਰਜ਼ੀ ਨਾਲ ਹੁੰਦਾ ਹੈ। ਇਸੇ ਤਰ੍ਹਾਂ ਕਹਿਣ ਨੂੰ ਮਾਲਕ ਬੰਦਾ ਹੈ, ਪਰ ਚਲਦੀ ਮਾਇਆ ਦੀ ਹੈ, ਚਲਦੀ ਮਾਇਆ ਦੀ, ਉਹਦੇ ਤੋਂ ਬਿਨਾਂ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਇਸ ਨੂੰ ਜਾਣ, ਘਰ ਕੀ ਨਾਇਕ ਘਰ ਵਾਸਨਾ ਦੇਵੈ। ਇਹ ਮਨ ਨੂੰ ਘਰ ਵਸਣ ਨਹੀਂ ਦਿੰਦੀ। ਇਸ ਲਈ ਮਨ ਹਮੇਸ਼ਾ ਹੀ ਭਟਕਦਾ ਰਹਿੰਦਾ ਹੈ, ਅਸੀਂ ਜਾਗਦੇ ਹੋਈਏ ਚਾਹੇ ਸੁੱਤੇ ਹੋਈਏ। ਜਾਗਦਾ ਇਹ ਮਨ ਇੱਧਰ ਉੱਧਰ ਰੂਪ ਰੰਗ ਵੱਲ ਭਟਕਦਾ ਹੈ, ਮਾਇਆ ਵੱਲ, ਚੀਜ਼ਾਂ ਵੱਲ। ਤੇ ਜਦੋਂ ਅਸੀਂ ਸੌਂ ਜਾਂਦੇ ਹਾਂ ਤਾਂ ਇਹ ਮਨ ਉਹਨਾਂ ਚੀਜ਼ਾਂ ਨੂੰ ਹਾਸਲ ਕਰਨ ਵਾਲੇ ਪਾਸੇ ਲੱਗਦਾ ਹੈ ਕਿ ਦਿਨੇ ਹਾਸਲ ਨਹੀਂ ਹੋਈਆਂ, ਚਲੋ ਸੁਪਨੇ ਵਿੱਚ ਹਾਸਲ ਕਰ ਲੈਂਦੇ ਆ।
ਬੰਦਾ ਨੀਂਦ ਵਿੱਚ ਉਹਨਾਂ ਚੀਜ਼ਾਂ ਨੂੰ ਹਾਸਲ ਕਰ ਲੈਂਦਾ ਹੈ। ਦਿਨੇ ਨਹੀਂ ਪਹੁੰਚ ਸਕਿਆ ਜਿੱਥੇ ਪਹੁੰਚਣਾ ਸੀ, ਪਰ ਸੁਪਨੇ ਵਿੱਚ ਪਹੁੰਚ ਗਿਆ ਅਮਰੀਕਾ, ਸੁਪਨੇ ਵਿੱਚ ਪਹੁੰਚ ਗਿਆ ਕੈਨੇਡਾ, ਸੁਪਨੇ ਵਿੱਚ ਪਹੁੰਚ ਗਿਆ। ਸੁਪਨੇ ਸਵਰਗ ਦੇ ਦੇਖਦੇ, ਸਵਰਗ ਪਹੁੰਚ ਗਿਆ ਸੁਪਨੇ ਵਿੱਚ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਉਲਝਿਆ ਹੋਇਆ ਬੰਦਾ ਮਾਇਆ ਦੇ ਵਿੱਚ ਦਿਨੇ ਰਾਤ ਹਰ ਵੇਲੇ। ਇਸ ਲਈ ਸਤਿਗੁਰੂ ਕਹਿੰਦੇ ਇਸ ਨੂੰ ਜਾਣੋ, ਆਪਣੇ ਆਪ ਨੂੰ ਵੇਖੋ ਕਿ ਕਿਤੇ ਅਸੀਂ ਉਹ ਕੰਮ ਤੇ ਨਹੀਂ ਕਰ ਰਹੇ ਜਿਸ ਨੂੰ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਜੋ ਸਾਡੇ ਵੱਲੋਂ ਹੋ ਰਿਹਾ ਹੈ ਸਾਡੀ ਮਰਜ਼ੀ ਤੋਂ ਬਿਨਾਂ, ਜੋ ਅਸੀਂ ਮਾਇਆ ਦੇ ਪ੍ਰਭਾਵ ਅਧੀਨ ਕਰ ਰਹੇ ਹਾਂ। ਬਹੁਤ ਸਾਰੇ ਕੰਮ ਅਸੀਂ ਮਾਇਆ ਦੇ ਪ੍ਰਭਾਵ ਅਧੀਨ ਕਰਦੇ ਹਾਂ, ਜਿਨ੍ਹਾਂ ਨੂੰ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਅਸੀਂ ਉਹ ਵੀ ਕਰਦੇ ਹਾਂ, ਕਿਉਂਕਿ ਮਾਇਆ ਦਾ ਪ੍ਰਭਾਵ ਹੀ ਐਸਾ ਹੈ, ਸਾਨੂੰ ਪਤਾ ਹੀ ਨਹੀਂ ਚੱਲਦਾ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਮਤਾ ਕਰੋ ਸੋ ਪਕਣ ਨਾ ਦੇਈ। ਮੈਂ ਮਤਾ ਕਰਦਾ ਵਾਂ, ਮਤਾ ਕਰ ਲਿਆ ਕਿ ਮੈਂ ਫਲਾਣਾ ਕੱਲ ਨੂੰ ਆਹ ਕੰਮ ਕਰਨਾ, ਪਰ ਸਤਿਗੁਰੂ ਕਹਿੰਦੇ ਮਾਇਆ ਉਸ ਮਤੇ ਨੂੰ ਪੱਕਣ ਹੀ ਨਹੀਂ ਦਿੰਦੀ, ਪੱਕਾ ਹੀ ਨਹੀਂ ਹੋਣ ਦਿੰਦੀ। ਰਾਤ ਨੂੰ ਬੰਦਾ ਕਹਿੰਦਾ ਕਿ ਮੈਂ ਸਵੇਰੇ ਤੜਕੇ 4 ਵਜੇ ਉੱਠਣਾ, ਰਾਤ ਨੂੰ ਫੈਸਲਾ ਕਰ ਲਿਆ, ਪਰ ਸਵੇਰੇ ਆਪ ਹੀ ਬੰਦਾ ਆਪਣੇ ਹੱਥ ਨਾਲ ਅਲਾਰਮ ਬੰਦ ਕਰਕੇ ਫਿਰ ਸੌਂਦਾ। ਮੈਂ ਬਸ ਕੱਲ ਤੋਂ ਰੋਜ਼ ਗੁਰਦੁਆਰੇ ਜਾਣ ਲੱਗ ਜਾਣਾ, ਮਤਾ ਕਰ ਲਿਆ, ਪਰ ਮਾਇਆ ਇਹਨੂੰ ਪੱਕਣ ਨਹੀਂ ਦਿੰਦੀ, ਇਹਨੂੰ ਦ੍ਰਿੜ ਨਹੀਂ ਹੋਣ ਦਿੰਦੀ। ਸਤਿਗੁਰੂ ਕਹਿੰਦੇ ਮਤਾ ਕਰੋ ਸੋ ਪੱਕਣ ਨਾ ਦੇਈ। ਉਹਨੇ ਇਸ ਫੈਸਲੇ ਨੂੰ ਪੂਰਾ ਨਹੀਂ ਹੋਣ ਦਿੱਤਾ, ਪੱਕਣ ਨਹੀਂ ਦਿੱਤਾ। ਬਹੁਤ ਸਾਰੇ ਲੋਕ ਨੇ, ਅਸੀਂ ਸਭ ਐਸਾ ਕਰਦੇ ਹਾਂ ਕਿ ਚੰਗਾ ਕੰਮ ਆ ਮੈਂ ਸ਼ੁਰੂ ਕਰ ਲੈਣਾ, ਬਸ ਮੈਂ ਆਹ ਸ਼ੁਰੂ ਕਰ ਲੈਣਾ, ਚੰਗਾ ਹੋ ਹੀ ਜਾਣਾ। ਉਹ ਕਦੇ ਆਉਂਦਾ ਹੀ ਨਹੀਂ ਸਮਾਂ, ਉਹ ਪਲ ਆਇਆ ਹੀ ਨਹੀਂ ਸਾਡੀ ਜ਼ਿੰਦਗੀ ਵਿੱਚ। ਜਿਸ ਕੱਲ ਦੀ ਗੱਲ ਕਰਦੇ ਸਾਂ ਕਿ ਕੱਲ ਨੂੰ ਸਵਰ ਜਾਣਾ, ਕੱਲ ਨੂੰ ਮੈਂ ਅੰਮ੍ਰਿਤ ਛਕ ਲੈਣਾ, ਕੱਲ ਨੂੰ ਮੈਂ ਚਲਿਆ ਜਾਣਾ ਗੁਰੂ ਦੇ ਦਰ, ਉਹ ਕੱਲ ਸਾਡਾ ਆਉਂਦਾ ਹੀ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਇਹ ਮਾਇਆ ਬੰਦੇ ਦੇ ਰਾਹ ਵਿੱਚ ਰੋੜਾ ਬਣ ਜਾਂਦੀ, ਇਹ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਕਰ ਦਿੰਦੀ। ਤੁਸੀਂ ਕੋਈ ਫੈਸਲਾ ਕਰੋ ਸਹੀ ਕਿਸੇ ਵੀ ਚੰਗੇ ਕੰਮ ਨੂੰ ਕਰਨ ਦਾ, ਮਾਇਆ ਦੀਆਂ 100 ਦਲੀਲਾਂ ਉਹਦੇ ਵਿਰੋਧ ਦੇ ਵਿੱਚ ਤੁਹਾਡੇ ਸਾਹਮਣੇ ਖਲੋ ਜਾਣਗੀਆਂ। ਤੁਹਾਡਾ ਮਨ ਕਹੇਗਾ ਕਿ ਨਹੀਂ ਇਹਨੂੰ ਕਰਨ ਨਾਲ ਆ ਹੋਵੇਗਾ, ਜੇ ਤੂੰ ਇੰਜ ਕਰ ਲਏਗਾ ਤਾਂ ਫਿਰ ਇੰਜ ਕਿਵੇਂ ਹੋਵੇਗਾ, ਤੂੰ ਲੋਕਾਂ ਦੇ ਵਿੱਚ ਕਿਵੇਂ ਵਿਚਰੇਂਗਾ, ਸਾਰੇ ਲੋਕ ਖਾਣ ਪੀਣ ਵਾਲੇ ਬੰਦੇ ਨੇ ਤੇ ਤੂੰ ਉਹਨਾਂ ਚੀਜ਼ਾਂ ਨੂੰ ਨਹੀਂ ਖਾਵੇਂਗਾ ਪੀਵੇਂਗਾ ਤਾਂ ਤੇਰਾ ਤਾਂ ਮਾਣ ਨਹੀਂ ਰਹਿਣਾ। ਮਨ 100 ਤਰ੍ਹਾਂ ਦੀਆਂ ਦਲੀਲਾਂ ਦੇਵੇਗਾ। ਇਸ ਲਈ ਬਹੁਤ ਸਾਰੇ ਲੋਕ ਇਹ ਫੈਸਲਾ ਤਾਂ ਕਰਦੇ ਨੇ ਚੰਗਾ ਕਰਨ ਦਾ, ਗੁਰੂ ਦੇ ਲੜ ਲੱਗਣ ਦਾ, ਅੰਮ੍ਰਿਤ ਛਕਣ ਦਾ, ਪਰ ਉਹ ਉਸ ਫੈਸਲੇ ਦੇ ਉੱਤੇ ਟਿਕ ਨਹੀਂ ਪਾਉਂਦੇ। ਮਾਇਆ ਉਲਝਾ ਲੈਂਦੀ ਹੈ। ਸਤਿਗੁਰੂ ਕਹਿੰਦੇ ਮਤਾ ਕਰੋ ਸੋ ਪੱਕਣ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ। ਮਾਇਆ ਬੰਦੇ ਦੇ ਜਿਹੜੇ ਗੁਣ ਨੇ, ਸੀਲ ਸੰਜਮ, ਮਿੱਠਾ ਸੁਭਾਅ, ਸੰਜਮ ਕਿ ਸੰਜਮ ਨਾਲ ਰਹਿਣਾ, ਆਪਣੇ ਮਨ ਨੂੰ ਵਾਸ਼ਨਾਵਾਂ ਵੱਲੋਂ ਰੋਕੀ ਰੱਖਣਾ, ਆਪਣੇ ਕ੍ਰੋਧ ਉੱਤੇ, ਲੋਭ ਉੱਤੇ, ਮੋਹ ਉੱਤੇ ਕਾਬੂ ਰੱਖਣਾ, ਇਹ ਸੰਜਮ। ਮਾਇਆ ਇਹਨਾਂ ਦੇ ਇਸ ਸੰਜਮ ਦੇ ਨੇੜੇ ਖਲੋ ਜਾਂਦੀ। ਸੀਲ ਸੰਜਮ ਕੈ ਨਿਕਟ ਖਲੋਈ, ਇਹ ਬੰਦੇ ਦੇ ਸੀਲ ਸੰਜਮ ਦੇ ਨੇੜੇ ਖਲੋ ਜਾਂਦੀ। ਇਸ ਲਈ ਜਦੋਂ ਬੰਦੇ ਨੂੰ ਕ੍ਰੋਧ ਆਉਂਦਾ ਉਦੋਂ ਬੰਦੇ ਨੂੰ ਸੰਜਮ ਨਹੀਂ ਰਹਿੰਦਾ, ਉਦੋਂ ਉਸ ਨੂੰ ਖਿਆਲ ਹੀ ਭੁੱਲ ਜਾਂਦਾ ਹੈ
कि गलत नहीं बोलना। क्रोध विच बंदा गाल कढ़ बैंदा है, क्रोध विच माड़ा शब्द बोल बैंदा है, संयम का चेता भुल जाता है। लोभ जदों मन विच पैदा हुंदा है तां इस संयम का चेता भुल जाता है कि लोभ बुरा है, लोभ बंदे नूं पापी करदा है, इस गल का ख्याल ही भुल जाता है। उस वक्त लोभ ज़्यादा हावी हो जाता है, उहदा औगण नहीं दिसदा कि इस लोभ दे नाल की होवेगा, नतीजे का बंदे नूं चेता भुल जाता है कि इस चीज़ नूं वरतन नाल इहदा उपयोग करन नाल नुकसान होवेगा, इस गल का बंदा चेता भुला बैठदा है। नतीजा नहीं अपने मन विच सोचदा विचारदा, जदों बाद विच नतीजा भुगतना पैंदा फिर दुखी हुंदा है। सतगुरु कहंदे ये बंदे दे औगणां दे औगण पैदा करदी है ते गुणां नूं लुट लैंदी है। ये माया बंदे दी सहनशीलता, बंदे दी मिठ बोलनी, इहदे संयम सब खो लैंदी है, सब लुटे जांदे ने। सील संयम कै निकट खड़ोई, वेस करे बहु रूप दिखावे। ये माया बड़े वेस धारण करदी है, बहुत रूप विखाउंदी बंदे नूं, बहुत रूप। इसलिए कोई भी चीज़ हासिल करके बंदा तृप्त नहीं हुंदा, क्योंकि उन्होंने माया का होर रूप दिस पैंदा है। एक चीज़ मिलती है फिर उहदे नाल होर चीज़ां, एक हासिल हुंदी है फिर उहदे हासिल होने तो बाद होर चीज़ां नूं हासिल करन दी दौड़ लग जाती है। सारी जिंदगी इवें गुजर जाती। हुण अज जिहड़ियां चीज़ां दा ट्रेंड है, जो चीज़ां चलदियां, घर बनाउण विच जो चीज़ां लगदियां, जो इंटीरियर जो हुंदा घर दे विच लगदा है, वो आउण वाले 5-10 सालां विच बदल जाना, वो सब बदल जाएगा। हुण असीं उन्हां चीज़ां दी दौड़ विच कि ये भी घर विच ला लीए, इहदे नाल घर सोहना हो जाएगा, फलानी चीज़ ला लीए, इहदे नाल बन जाएगा वधिया। ऐसा ही साडे माँ बाप ने 20 साल पहलां कीता सी, 10 साल 20 साल पहलां उन्होंने भी ऐसा ही करिया सी। हुण सानू वो ठीक नहीं लगता, सानू लगता कि पुराना हो गया है, ये पुराने दरवाजे हो गए, ये पुरानियां कंधां हो गई, ये पुराना डिजाइन हो गया, हुण नवां लियाओ। जदों वो नवां आ जांदा है उहदे नाल होर भी बहुत सारियां चीज़ां लियाउणियां पैंदियां, फिर कुछ समा गुजरदा है फिर वो भी पुराना हो जाता है, फिर होर नवां आ जाता है। माया ऐसी ही है, माया ऐसी। सतगुरु कहते बहुत वेस ने, ये किते भी मन स्थिर नहीं हुंदा, ये फिर होर पासे नूं भजदा है, ये किसी होर दे घर विच देखदा है कि उहदे घर दे विच ऐसा है, मैं भी अपने घर नूं ऐसा करां। किते होर कनेडा अमरीका चला जांदा है, उत्थे देखदा है घर कैसा है, तो फिर इत्थे आके सोचदा है कि उहो जिहा घर बनावां। माया दे बहुत रूप ने, जिमें जिमें ये देखदा जांदा है ये उन्हां वल नूं मोहित हुंदा जांदा है, उन्हां नूं हासिल करन दी कोशिश करदा जांदा है। सारी जिंदगी इवें गुजर जाती है। वेस करे बहुत रूप दिखावे, माया बहुत रूप विखाउंदी है, बहुत रूप। जिमें अजकल बहुत तरह के कपड़े चलते हैं, कई तरह के डिजाइन, कई तरह दी चीज़ां। हुण इक्को ही बंदा है, वो रोज़ वखरे डिजाइन का कपड़ा पहनने, रोज़ वखरे डिजाइन का नवां। बस इवें ही समझ लो कि माया दे रोज़ नित नवे रूप ने, उहदा नित नवां वेस है, उहदा नित नवां पहरावा है। ऐसा ही हुंदा ना कि जदों दुकान ते बंदा कुछ खरीदण जांदा है, कपड़ा खरीदण जांदा है, वो सोचदा सारे ही खरीद लवां, क्योंकि बड़े रंग ने, बड़े डिजाइन ने, किहड़ा छड्डे ते किहड़ा रखे। सतगुरु कहंदे माया दे ऐसे ही रंग ने, बहुत वेस ने, बहुत रूप ने। वेस करे बहु रूप दिखावे, गृह बसन न देई। ये माया मन नूं घर विच वसन ही नहीं दिंदी, ये घर विच वसन नहीं दिंदी, इसलिए मन साडा हमेशा बाहर ही रहिंदा है।
ਅਸੀਂ ਜਿੱਥੇ ਮੌਜੂਦ ਹੁੰਦੇ ਆ ਉੱਥੇ ਮਨ ਹੁੰਦਾ ਹੀ ਨਹੀਂ। ਮਨ ਕਿਤੇ ਹੋਰ ਹੈ। ਮਨ ਜੋ ਅਰਦਾਸ ਕਰੀ ਹੈ ਕਿ ਫਲਾਣੀ ਚੀਜ਼ ਮਿਲ ਜਾਏ, ਮਨ ਉਹਦੇ ਵਿੱਚ ਹੈ। ਮਨ ਉਹਦੇ ਨਾਲ ਹੀ ਕਿਸੇ ਹੋਰ ਗੱਲ ਦੇ ਨਾਲ ਤੁਰ ਪਿਆ। ਮਨ ਅਗਾਂਹ ਤੋਂ ਅਗਾਂਹ, ਬਸ ਇੱਕ ਕਲੂ ਮਾੜਾ ਜਿਹਾ ਮਿਲੇ ਮਨ ਨੂੰ, ਮਨ ਉਹਦੇ ਨਾਲ ਲੱਗ ਕੇ ਨਿਕਲ ਜਾਂਦਾ ਹੈ। ਅਗਾਂਹ ਤੋਂ ਅਗਾਂਹ ਵਿਚਾਰਾਂ ਦੀ ਲੜੀ ਚੱਲ ਪੈਂਦੀ ਹੈ, ਸਿਲਸਿਲਾ ਚੱਲ ਪੈਂਦਾ ਹੈ। ਮਨ ਮੁੜਦਾ ਨਹੀਂ। ਜਦੋਂ ਮਨ ਮੁੜਦਾ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਸਤਿਗੁਰੂ ਕਹਿੰਦੇ ਗ੍ਰਹਿ ਵਸਣ ਨਾ ਦੇਈ, ਮਨ ਨੂੰ ਵਸਣ ਹੀ ਨਹੀਂ ਦਿੰਦੀ ਘਰ ਦੇ ਵਿੱਚ ਇਹ ਮਾਇਆ। ਵੱਖ ਵੱਖ ਭਰਮਾਵ ਹੈ, ਵੱਖ ਵੱਖ ਪਾਸੇ ਮਨ ਨੂੰ ਭਰਮਾਈ ਰੱਖਦੀ ਹੈ, ਮਨ ਨੂੰ ਉਲਝਾਈ ਰੱਖਦੀ। ਮਾਇਆ ਕਹਿੰਦੀ ਹਜੇ ਬਹੁਤ ਟਾਈਮ ਹੈ, ਹਜੇ ਬੜਾ ਸਮਾਂ ਪਿਆ, ਹਾਲੇ ਤਾਂ ਨੱਚਣ ਗਾਉਣ ਦਾ ਸਮਾਂ ਹੈ, ਹਾਲੇ ਤਾਂ ਖਾਣ ਪੀਣ ਦੀ ਉਮਰ ਹੈ, ਹਾਲੇ ਬਹੁਤ ਸਮਾਂ ਹੈ। ਜਦੋਂ ਬੁੱਢੇ ਹੋਵਾਂਗੇ ਉਦੋਂ ਦੇਖਾਂਗੇ ਪੂਜਾ ਪਾਠ, ਉਦੋਂ ਦੇਖਾਂਗੇ ਧਰਮ ਕਰਮ। ਬੰਦਾ ਭਰਮਿਆ ਰਹਿੰਦਾ ਹੈ। ਬੰਦਾ ਕਹਿੰਦਾ ਗੱਲ ਤਾਂ ਬਿਲਕੁਲ ਠੀਕ ਹੈ ਕਿ ਜੇ ਹੁਣੇ ਧਰਮ ਵਾਲੇ ਪਾਸੇ ਜੁੜ ਗਏ ਤਾਂ ਫਿਰ ਆਹ ਸਭ ਚੀਜ਼ਾਂ ਰਹਿ ਜਾਣੀਆਂ, ਆਹ ਸਭ ਆਨੰਦ ਭੋਗਣੇ ਰਹਿ ਜਾਣਗੇ। ਕਿਉਂਕਿ ਹੁਣੇ ਰੀਲ ਬਣਾਵਾਂਗਾ ਤਾਂ ਗੱਲ ਬਣੇਗੀ, ਬੁੱਢੇ ਹੋ ਕੇ ਰੀਲ ਬਣਾਵਾਂਗਾ ਥੋੜੀ ਗੱਲ ਬਣਨੀ ਇੰਸਟਾ ਤੇ। ਇਸ ਲਈ ਹੁਣੇ ਹੀ ਹੈ, ਆਨੰਦ ਮਾਣ ਲਈਏ। ਇਸ ਤਰ੍ਹਾਂ ਉਲਝਿਆ ਰਹਿੰਦਾ ਬੰਦਾ, ਇਸ ਤਰ੍ਹਾਂ ਉਹ ਫਸਿਆ ਰਹਿੰਦਾ। ਸਤਿਗੁਰੂ ਕਹਿੰਦੇ ਵੱਖ ਵੱਖ ਭਰਮਾਵ ਹੈ, ਘਰ ਕੀ ਨਾਇਕ ਘਰ ਵਾਸ ਨਾ ਦੇਵੈ। ਇਹ ਮਾਇਆ ਬੰਦੇ ਦੇ ਘਰ ਦੀ ਮਾਲਕ ਬਣ ਗਈ, ਇਸ ਸਰੀਰ ਦੀ ਮਾਲਕ ਬਣ ਕੇ ਬਹਿ ਗਈ ਤੇ ਇਸ ਨੂੰ ਖੁਦ ਨੂੰ ਘਰ ਵਿੱਚ ਵਸਣ ਨਹੀਂ ਦਿੰਦੀ। ਮਨ ਨੂੰ, ਇਹਨੂੰ ਘਰ 'ਚ ਵਸਣ ਨਹੀਂ ਦਿੰਦੀ। ਨਾਇਕ ਘਰ ਕੀ ਘਰ ਵਾਸ ਨਾ ਦੇਵੈ, ਯਤਨ ਕਰੋ ਉਰਜਾਏ ਪ੍ਰੇਵੈ। ਜੇ ਯਤਨ ਵੀ ਕਰਦੇ ਨਾ ਘਰ ਆਉਣ ਦਾ, ਮਨ ਜੇ ਟਿਕਣ ਦਾ ਯਤਨ ਵੀ ਕਰੇ, ਤੁਸੀਂ ਕਰਕੇ ਦੇਖਿਆ ਹੋਵੇਗਾ, ਮਨ ਟਿਕਣ ਦਾ ਯਤਨ ਵੀ ਕਰੇ ਕਿ ਹੁਣ ਥੋੜਾ ਟਿਕ ਜਾਵਾਂ, ਥੋੜਾ ਬੈਠ ਜਾਵਾਂ, ਮਾਇਆ ਫਿਰ ਨਹੀਂ ਬੈਠਣ ਦਿੰਦੀ, ਮਾਇਆ ਫਿਰ ਨਹੀਂ ਟਿਕਣ ਦਿੰਦੀ। ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਉਲਝਾ ਲਵੇਗੀ। ਯਤਨ ਕਰੋ ਉਰਜਾਏ ਪ੍ਰੇਵੈ ਰਹਾਓ, ਧੁਰ ਕੀ ਭੇਜੀ ਆਈ ਆਮਰ। ਸਤਿਗੁਰੂ ਕਹਿੰਦੇ ਇਹ ਮਾਇਆ ਵਾਹਿਗੁਰੂ ਦੀ ਹੀ ਧੁਰੋਂ ਭੇਜੀ ਹੋਈ ਹੈ, ਉਹਦੀ ਹੀ ਭੇਜੀ ਹੈ। ਉਹਨੇ ਹੀ ਤਾਂ ਇਸ ਮਾਇਆ ਨੂੰ ਸਿਰਜਿਆ, ਇਸ ਮਾਇਆ ਨੂੰ ਸਿਰਜਣ ਵਾਲਾ ਉਹੀ ਤੇ ਹੈ। ਧੁਰ ਕੀ ਭੇਜੀ ਆਈ ਆਮਰ, ਨੌਖੰਡ ਜੀਤੇ ਸਭ ਥਾਨ ਥਨੰਤਰ। ਇਸ ਨੇ ਸਾਰੀ ਧਰਤੀ ਨੂੰ ਜਿੱਤ ਰੱਖਿਆ। ਜਿੰਨੇ ਧਰਤੀ ਦੇ ਖੰਡ ਨੇ 9 ਖੰਡ, ਇਹਨੇ 9 ਦੇ 9 ਜਿੱਤ ਲਏ, ਸਭ ਨੂੰ ਜਿੱਤ ਲਿਆ। ਸਭ ਥਾਨ ਥਨੰਤਰ, ਸਭ ਥਾਂ ਇਹਨੇ ਜਿੱਤ ਲਈਆਂ। ਤਟ ਤੀਰਥ ਨਾ ਛੋੜੈ ਜੋਗ ਸੰਨਿਆਸ। ਇਹਨੇ ਧਰਮ ਸਥਾਨਾਂ ਨੂੰ, ਜਿਨ੍ਹਾਂ ਨੂੰ ਲੋਕ ਪੂਜਦੇ ਨੇ, ਉਹਨਾਂ ਸਥਾਨਾਂ ਨੂੰ ਵੀ ਨਹੀਂ ਛੱਡਿਆ। ਤਟ ਤੀਰਥ, ਦਰਿਆ, ਉਹ ਪਵਿੱਤਰ ਥਾਂ ਜਿਨ੍ਹਾਂ ਤੇ ਜਾ ਕੇ ਲੋਕ ਪੂਜਾ ਪਾਠ ਕਰਦੇ ਨੇ, ਉਹਨਾਂ ਥਾਂ ਨੂੰ ਵੀ ਨਹੀਂ ਛੱਡਿਆ। ਉਹਨਾਂ ਥਾਂ ਤੇ ਵਸਣ ਵਾਲੇ ਲੋਕਾਂ ਨੂੰ ਵੀ, ਧਰਮ ਦੀ ਗੱਲ ਕਰਨ ਵਾਲਿਆਂ ਨੂੰ, ਧਰਮ ਦਾ ਪ੍ਰਚਾਰ ਕਰਨ ਵਾਲਿਆਂ ਨੂੰ, ਉਹਨਾਂ ਨੂੰ ਵੀ ਨਹੀਂ ਇਸ ਮਾਇਆ ਨੇ ਬਖਸ਼ਿਆ। ਸਤਿਗੁਰੂ ਕਹਿੰਦੇ ਤਟ ਤੀਰਥ ਨਾ ਛੋੜੈ ਜੋਗ ਸੰਨਿਆਸ। ਜੋਗੀ ਸੰਨਿਆਸੀ ਜਿਹੜੇ ਆਪਣੇ ਆਪ ਨੂੰ ਧਾਰਮਿਕ ਕਹਾਉਂਦੇ ਨੇ, ਇਸ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ। ਐਸਾ ਹੀ ਹੈ ਨਾ ਕਿ ਬੰਦਾ ਜੋਗੀ ਹੋ ਗਿਆ, ਸਭ ਕੁਝ ਘਰ-ਬਾਰ ਛੱਡ ਦਿੱਤਾ, ਪਰ ਫਿਰ ਵੀ ਉਹ ਚਾਹੁੰਦਾ ਹੈ ਕਿ ਮੈਂ ਰਾਜਨੀਤੀ ਕਰਾਂ, ਫਿਰ ਵੀ ਚਾਹੁੰਦਾ ਕਿ ਮੁੱਖ ਮੰਤਰੀ ਬਣਿਆ ਹੀ ਰਵਾਂ। ਮਾਇਆ ਨਹੀਂ ਛੱਡਦੀ ਬੰਦੇ ਨੂੰ, ਮਾਇਆ ਨਹੀਂ। ਸਤਿਗੁਰੂ ਕਹਿੰਦੇ ਸਭ ਨੂੰ ਵਸ ਕਰ ਰੱਖਿਆ ਇਸ ਨੇ, ਕੀ ਰਾਜਾ ਤੇ ਕੀ ਕੰਗਾਲ, ਸਭ ਇਸ ਮਾਇਆ ਦੇ ਅਧੀਨ ਨੇ। ਪੜ੍ਹ ਥਾਕੇ ਸਿਮਰਤ ਵੇਦ ਅਭਿਆਸ। ਜਿਹੜੇ ਧਰਮ ਗ੍ਰੰਥਾਂ ਦਾ ਗੂੜਾ ਅਧਿਐਨ ਕਰ ਕਰਕੇ ਥੱਕ ਗਏ, ਮਾਇਆ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਜਿਨ੍ਹਾਂ ਨੇ ਬੜੀ ਸਟੱਡੀ ਕੀਤੀ, ਬੜੇ ਬੜੇ ਵਿਦਵਾਨ, ਬੜੇ ਬੜੇ ਵਿਆਖਿਆਵਾਨ, ਸਭ ਮਾਇਆ ਦੇ ਅਧੀਨ ਨੇ, ਸਭ ਮਾਇਆ ਦੇ ਅਧੀਨ।
जहाँ बैसों तहाँ नाले बैसै। सतगुरु कहते मैं जिथे माया बैठदा वा माया नाल ही बहती है। ऐसा ही है, बंदा जिथे बैठदा है माया नाल ही है, ये वख होंदी होई नहीं। जहाँ बैसों तहाँ नाले बैसे, सगल भवन में सबल प्रवेश है। ये हर जगह बल नाल प्रवेश करती है, जोर नाल, ताकत नाल, सबल बल नाल प्रवेश करती हर थां, क्योंकि इहदे वर्गा बलवान होर कोई नहीं। सतगुरु कहते इहदे वर्गा तकड़ा होर कोई भी नहीं है। ये माया सब तो तकड़ी है। बंदे नूं हमेशा ही ये लगता रहिंदा है कि मैं माया नूं अपने वस रखिया होया, ये दौलत शौहरत ये चीज़ां मेरियां, पर असल विच ये सिर्फ बंदे नूं भरम ही हुंदा है। माया कदे किसे दी हुई ही नहीं, ये कदे किसे दी नहीं हुई। सतगुरु दी बाणी दा वचन है, सतगुरु कहंदे ये माया ऐसी इस्त्री है कि इहदा मालक, इहदा पति जे मर जावे ना तो इनू कोई गम नहीं हुंदा। क्यों? क्योंकि उहदे मालक बनने वाले होर बहुत तैयार बैठे ने। सतगुरु कहंदे होर बहुत बैठे ने। इसलिए जिवें ही कोई बंदा मरदा है, ਉਹਦੀ ਜ਼ਮੀਨ ਜਾਇਦਾਦ, ਉਹਦੀ ਮਾਲਕੀਅਤ ਲੈਣ ਵਾਲੇ ਹੋਰ ਬੜੇ, ਉਹਦੀ ਔਲਾਦ, ਉਹਦੇ ਭੈਣ ਭਾਈ ਸਭ ਖੜੋਤੇ ਨੇ ਲਾਈਨ ਵਿੱਚ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਮਾਇਆ ਦੇ ਅੱਗੇ ਸਭ ਹਾਰ ਜਾਂਦੇ ਨੇ। ਕਬੀਰ ਸਾਹਿਬ ਨੇ ਇਸ ਮਾਇਆ ਨੂੰ ਸਪਣੀ ਕਿਹਾ ਕਿ ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਦਿਓ ਮਹਾਦੇਵ, जिन्हें सारियां नूं ब्रह्मा विष्णु सारियां नूं छल लिया, सब नूं ठग लिया इसने, इहदे तो कोई भी नहीं बच सकिया। ब्रह्मा के संबंध विच भी ऐसियां ही कहानियां ने कि ब्रह्मा, उहदे 4 सिर क्यों ने? उहदे 4 सिर इसे करके ने कि ब्रह्मा नूं भी माया ने ठग लिया। उन्हें जिस सृष्टि नूं पैदा किया उहदे उत्ते ही मोहित हो गया। वो जिधर नूं भजदी है उधरले पासे अपना सिर पैदा कर लेंदा है, वो पिछां जाती है उधर अपना सिर कढ़ लेंदा है, वो खब्बे जाती है उधर अपना सिर कढ़ लेंदा है, सज्जे जाती है उधर, उपर जाती है उपर नूं सिर कढ़ लेंदा है। तां ही उहदे 4 सिर दिखाए जाते हैं कि वो भी माया ते मोहित हो गया, वो भी उहदे अधीन। सतगुरु कहंदे ये उत्थे भी प्रवेश कर जाती है जिथे प्रवेश की संभावना ही नहीं है। सगल भवन में सबल प्रवेश है, जोर नाल, जिन्हों आप कहते धक्के नाल। कई बार लोग आखते हैं जी सरकार ने धक्का किया साडे नाल, बस ऐसा ही माया हर बंदे नाल धक्का करदी, हर किसे नाल सबल नाल प्रवेश कर जाती है। होशी शरण पिया रहन ना पाई। सतगुरु कहंदे इस माया की शरण विच पिया किते रहा नहीं जाता, ये बंदे नूं सुख नहीं दिंदी। जिहड़ा भी माया की शरण विच आउंदा है वो खज्जल हुंदा है, वो दुखी हुंदा है, उसनूं सुख हासिल नहीं हुंदा। होशी शरण पिया रहन ना पाई, कह मीता हों कह पै जाई। सतगुरु कहंदे हे भाई मैनूं दसो फिर मैं कित्थे जावां, मैं किहदी शरण विच जावां? क्योंकि माया की शरण विच ही तो हाँ सारी दुनिया, असी सारे लोग माया की शरण ही तो लभदे फिरदे हैं कि माया मिल जाए, पैसा मिल जाए, जमीनां मिल जाए, दौलत शौहरत मिल जाए, बहुत बड़ा कारोबार मिल जाए, माया ही तो लभदे फिरदे हैं असी लोग सब। साडियां अरदासां विच भी तो यही कुछ है। कहंदे असी जरूर ना गुरु की शरण वे, असी गुरु की शरण आ, पर गुरु नूं बेनती ये कर रहे हैं कि माया मिले। कहण नूं गुरु की शरण विच आ रहे हैं पर जाना चाहते हैं माया की शरण। माया की शरण विच सुख नहीं जे मिलता। जिहड़े भी माया की शरण गए वो खज्जल होए, उन्होंने सवाए खुआरी तो होर कुछ हासिल नहीं होया। इसलिए सतगुरु कहंदे
फिर कित्थे जाया जावे, किहदी शरण जाइए। कहो मीता हों कह पै जाई। सतगुरु कहंदे हे मित्र मैनू दस, फिर बोल कित्थे जावां। तां मित्र उसने कहा कि भाई गुरु दी शरण जा, पर गुरु दी शरण जाके माया दी मंग ना करी। सुन उपदेश सतगुर पहआया। मैं उस मीत दा, उस गुरमुख दा उपदेश सुन के मैं गुरु दी शरण आया। सुन उपदेश सतगुर पहआया। गुरु दी शरण जदों मैं आया ते गुरु दी शरण विच आके गुरु दा आसरा लैण लई उहनूं बेनती करी, तां गुरु ने किरपा करके उपदेश दिता। गुर हर हर नाम मोहे मंत्र दृढ़ाया। गुरु ने वाहिगुरु दा नाम रूपी मंत्र वो मेरे अंदर दृढ़ करया। गुरु ने परमेश्वर दा नाम रूपी मंत्र मेरे अंदर पक्का कर दिता। जदों असीं गुरु दी शरण विच आके गुरु तो उहदी रहमत तो बिना होर कुछ भी नहीं मंगदे। ख्याल रखना, जिस दिन साडी अरदास विच कोई मंग ना होवे, कोई मंग बचे ही ना, कोई कामना कोई इच्छा होवे ही ना साडी अरदास विच, उस दिन उहदी रहमत हुंदी है। सिर्फ अरदास है। तुसीं शब्द पढ़दे हो, आपां रोज़ पढ़दे आ, तू ठाकुर तुम पै अरदास। इस शब्द नूं पूरा ध्यान नाल पढ़ो। इहदे विच किते कोई मंग नहीं है कि आ दे दिओ ओ दे दिओ, ना कुछ भी नहीं। इनू गौर नाल वेखो। गुरु कहंदा इंज अरदास करी दी है कि है कुछ भी नहीं। जिहड़ी अरदास सानू पंथ ने दित्ती उहदे विच भी की है, उहदे विच भी मंग कुछ भी नहीं। उहदे विच एक मंग है। जदों सरबत खालसे की गल चली, उहदे विच मंग की है कि सरबत खालसे को वाहिगुरु 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 चित आवे। उत्थे मंग ये है खालसे लई, सरबत लई, किसी एक सिख लई नहीं, उत्थे खालसे लई कि आ चाहिदा है। उत्थे मंगिया दान, सिੱਖੀ दान मंगिया, रहत दान मंगिया, विसाह दान मंगिया, भरोसा दान मंगिया, आ दान मंगिया, उत्थे विवेक मंगिया। उत्थे माया मंगी हुई नहीं। इसलिए सतगुरु कहंदे जदों गुरु की शरण विच आके इस तरह असीं अर्ज करते हैं, इस तरह असीं गुजारिश करते हैं गुरु नूं, तां फिर वो वाहिगुरु का नाम रूपी मंत्र साडे हिरदे विच पक्का कर दिंदा, वो दृढ़ कर दिंदा है। निज घर वसिया, फिर बंदा अपने घर विच वसदा है। निज घर विच जिथों माया ने कढ दिता सी, जिथों माया धू के लै गई सी ते आप मालक बन बह गई सी, उत्थे फिर टिकदे आ असीं। निज घर वसिया गुण गाए अनंता, उस वाहिगुरु दे अनंत परमेश्वर दे गुणां नूं गा के टिक गए। तुसीं गाओ सही उसनूं सिमरो। जिमें जिमें उहनूं सिमरदे जाओगे, जिमें जिमें उहदा रस आनंद आउंदा जाएगा, उवें उवें टिकदे जाओगे। ते जिमें टिक गए, सतगुरु कहंदे अपने घर वस गए। जदों अपने घर वसे तां आनंद। प्रभ मिलियो नानक भय अचिंता, वो प्रभु मिल पिया, वो परमेश्वर मिल पिया तां अचिंत हो गए। अचिंत, कोई चिंता नहीं होना, सब चिंतावां मिट गईयां। उहदे मिलण नाल ही सब चिंतावां मिटदियां, सब फिक्रां मिट जांदियां जदों वो मिल पैंदा है। घर मेरा ये नायक हमारी। हुण पहलां की सी, मेरे घर दी मालक बन बैठी सी माया, हुण मैं इस घर दा मालक हो गया। ते ये जिहड़ी माया सी ये हुण मालक नहीं, ये हुण दासी हो गई। जिहने मैनू नौकर कर छड्डिया सी, हुण ये माया मेरी नौकर हो गई, सेवक हो गई। सतगुरु कहंदे घर मेरा
मैं हुण इस घर दा मालक हो गया, इस शरीर घर दा, इस हिरदे घर दा मालक मैं बन गया, ते ये नायक ये हुण मेरे हुक्म विच चलण वाली हो गई माया। ये आमर हम गुर कीए दरबारी, ये हुण मेरी करिंदी मेरे हुक्म विच चलण वाली, ते मैं गुरु दे दर दा दरबारी, मैं गुरु दा दरबारी, मैं गुरु दे दर दा सेवक हो गया। जिस दिन असीं गुरु दे सेवक हुंदे हां उस दिन माया साडा हुक्म मनदी है। जदों असीं माया दे मगर तुरदे हां तां सानूं माया दे हुक्म मनने पैंदे ने। इसलिए गुरु दा सेवक बनना, उहदे सेवक बनन विच ही आनंद है, मालक बनन विच कुछ नहीं पिया। गुरु मालक है, असीं तां सिर्फ सेवक हाँ, सेवक तो वध के होर कुछ भी नहीं। इसलिए जदों असीं कुछ भी नहीं हुंदे उदों ही उहदे दर दे विच साडी कुछ अहमियत हुंदी है। जदों असीं कुछ हो के उहदे दर ते आउंदे आ तां फिर साडे उत्ते उहदी निगाह भी नहीं पैंदी। भगत वाहिगुरू दे कोलों कुछ नहीं मंगदा, वो कहंदा कि वाहिगुरू दी नज़र एक बारी मेरे उत्ते पै जाए, मेरे लिए यही काफ़ी है कि मैं उहदी निगाह विच आ गया, मैं उहदी निगाह विच आ गया, बस काफ़ी है। तो जदों उहदी निगाह विच आ गए तो सतगुरु कहंदे नानक नज़री नज़र निहाल है। इसलिए उहदी नज़र दा पात्र बनना ते उहदी नज़र विच आउण लई मिटना पैंदा है, उहदी निगाह विच आउण लई मैं नूं मिटाउणा पैंदा है, तां उहदी निगाह विच आउंदे आ। उस तो बिना नहीं, दिखावा करके उहदी निगाह विच कदे भी नहीं आया जांदा, निमरता नाल आया जांदा। सतगुरु रहमत करे, ये रब्बी बख्शिश सतगुरु सब नूं देवे। होईयां भुल्लां लिखेवा सतगुरु जी अते आप सर्वत संगत बख्शण जो भुल्लां ना चतारदे होए आखो जी वाहिगुरू जी का खालसा वाहिगुरू जी की फतेह।